Students, today we are going to start our new chapter. Today we are going to start our new chapter, and the name of the chapter is the system concept. In the system concept, we are discussing about the system. So, first of all, I want to tell you that your subject name is software engineering. The software engineering is the name of your subject, and the first unit is the system concept. On system, what is system? So first is system. System की चीज़ है. System is the most commonly used in our conversation that it is the process. System is the process to do anything in the world, or you can say in universe. ਯੂਨੀਵਰਸ ਦੇ ਵਿੱਚੋਂ ਜਾਂ ਦੁਨੀਆ ਦੇ ਵਿੱਚ ਕੋਈ ਵੀ ਚੀਜ਼ ਜਿਹਦਾ ਕੰਮ ਹੈ ਜਿਹੜਾ ਆਪਾਂ ਕਰਦੇ ਹਾਂ, ਦੈਟ ਇਜ਼ ਨੋਨ ਐਜ਼ ਦਾ ਸਿਸਟਮ. ਇਟ ਇਜ਼ ਅ ਪ੍ਰੋਸੈਸ. ਠੀਕ ਹੈ, ਜਿਵੇਂ ਹੁਣ ਸਪੋਜ਼ ਕਰੋ ਯੂਨੀਵਰਸ, ਸੋਲਰ ਸਿਸਟਮ ਇਜ਼ ਆਲਸੋ ਦਾ ਐਗਜ਼ਾਮਪਲ ਆਫ ਸਿਸਟਮ. ਉਸ ਤੋਂ ਬਾਅਦ ਆਵਰ ਪੋਲੀਟੀਕਲ ਸਿਸਟਮ, administrative system, the examples as we know that. ਦੁਬਾਰਾ ਮੈਂ ਇਹਨੂੰ ਤੁਹਾਨੂੰ ਐਗਜ਼ਾਮਪਲਸ ਲਿਖ ਦਿੰਦਾ, ਇਹਦੇ ਵਿੱਚ ਤੁਸੀਂ ਮਿਕਸਅਪ ਨਾ ਕਰ ਜਿਓ. ਸਿਸਟਮ ਦੀਆਂ ਐਗਜ਼ਾਮਪਲਸ ਕਿਹੜੀਆਂ ਹੁੰਦੀਆਂ ਨੇ? ਸਾਰਿਆਂ ਤੋਂ ਪਹਿਲਾਂ ਤਾਂ ਯੂਨੀਵਰਸ ਦੇ ਵਿੱਚ ਜਿਹੜੀ ਇੱਕ ਐਗਜ਼ਾਮਪਲ ਹੈ, ਦੈਟ ਇਜ਼ ਨੋਨ ਐਜ਼ ਦਾ ਸੋਲਰ ਸਿਸਟਮ. ਠੀਕ ਹੈ, ਕੋਈ ਵੀ ਚੀਜ਼ ਜਿਹੜੀ ਚੱਲਦੀ ਹੈ, ਸੋਲਰ ਸਿਸਟਮ ਹੈ ਜਿਹੜਾ, ਉਹਦੇ ਵਿੱਚ ਕੀ ਹੋ ਜਾਂਦਾ, ਆਪਣੇ ਪੂਰੇ ਬ੍ਰਹਿਮੰਡ ਦਾ ਜਿਹੜਾ ਇੱਕ ਸਿਸਟਮ ਹੈ ਉਹਨੂੰ ਆਪਾਂ ਡਿਫਾਈਨ ਕਰ ਦਿੰਦੇ ਹਾਂ ਐਜ਼ ਏ ਸੋਲਰ ਸਿਸਟਮ. ਸੈਕਿੰਡ, ਆਪਾਂ ਇੱਕ ਜੇ ਸਿਸਟਮ ਦੀ ਐਗਜ਼ਾਮਪਲ ਲਈਏ ਤਾਂ ਆਪਾਂ ਕਹਿ ਦਿੰਦੇ ਹਾਂ ਐਡਮਿਨਿਸਟ੍ਰੇਟਿਵ ਸਿਸਟਮ. ਕਿਸੇ ਸੰਸਥਾ ਨੂੰ, ਕਿਸੇ ਕੰਪਨੀ ਨੂੰ ਚਲਾਉਣ ਵਾਸਤੇ ਆਪਾਂ ਨੂੰ ਇੱਕ ਸਿਸਟਮ ਹੁੰਦਾ, ਉਹਦੇ ਵਿੱਚ ਆਪਾਂ ਯੂਜ਼ ਕਰਦੇ ਹਾਂ ਐਡਮਿਨਿਸਟ੍ਰੇਟਿਵ ਸਿਸਟਮ. ਠੀਕ ਹੈ, ਇੱਦਾਂ ਹੀ ਆਪਣਾ ਜਿਵੇਂ ਡੈਮੋਕ੍ਰੇਸੀ ਹੈ ਕੰਟਰੀ ਦੇ ਵਿੱਚ, ਅਤੇ ਉਹਨੂੰ ਚਲਾਉਣ ਵਾਸਤੇ ਆਪਾਂ ਸਿਸਟਮ ਯੂਜ਼ ਕਰਦੇ ਹਾਂ, ਡੈਟ ਇਜ਼ ਨੋਨ ਐਜ਼ ਦਾ ਡੈਮੋਕ੍ਰੇਟਿਵ ਸਿਸਟਮ. ਇੱਕ ਆਪਣੀ ਜਿਹੜੀ ਪੋਲੀਟਿਕਸ ਚੱਲਦੀ ਹੈ, ਉਹਦੇ ਵਿੱਚ ਆਪਾਂ ਯੂਜ਼ ਕਰਦੇ ਹਾਂ ਪੋਲੀਟੀਕਲ ਸਿਸਟਮ. ਥੀਸ ਆਲ ਆਰ ਦਾ ਐਗਜ਼ਾਮਪਲਸ ਆਫ ਦਾ ਸਿਸਟਮ, ਕਿ ਇੱਕ ਕੰਮ ਕਿਵੇਂ ਹੁੰਦਾ, ਇੱਕ ਕੰਮ ਆਪਾਂ ਕਿਸ ਤਰ੍ਹਾਂ ਕਰਦੇ ਹਾਂ, ਦੈਟ ਇਜ਼ ਨੋਨ ਐਜ਼ ਦਾ ਸਿਸਟਮ. ਠੀਕ ਹੈ, ਸਾਰਿਆਂ ਨੂੰ ਕਲੀਅਰ ਹੈ? ਅਤੇ ਅੱਗੇ ਆਪਾਂ ਆ ਜਾਂਦੇ ਹਾਂ ਵੀ ਜਿਹੜੇ ਸਿਸਟਮ ਹੁੰਦੇ ਨੇ, ਸਿਸਟਮ ਦੇ ਕੁਝ ਐਲੀਮੈਂਟਸ ਹੁੰਦੇ ਨੇ, ਅਤੇ ਇੱਕ ਸਿਸਟਮ ਦੇ ਐਲੀਮੈਂਟਸ ਦੇ ਨਾਲ ਨਾਲ ਸਿਸਟਮ ਦੇ ਕੁਝ ਕਰੈਕਟਰਿਸਟਿਕਸ ਹੁੰਦੀਆਂ ਨੇ. ਸਾਰਿਆਂ ਤੋਂ ਪਹਿਲਾਂ ਆਪਾਂ ਡਿਸਕਸ ਕਰਾਂਗੇ ਸਿਸਟਮ ਕਰੈਕਟਰਿਸਟਿਕਸ. ਸਿਸਟਮ characteristics. ਕਰੈਕਟਰਿਸਟਿਕਸ ਕੀ ਹੁੰਦੀਆਂ ਨੇ? ਕਰੈਕਟਰਿਸਟਿਕਸ ਹੁੰਦੀਆਂ ਨੇ ਵਿਸ਼ੇਸ਼ਤਾਵਾਂ. ਕਰੈਕਟਰਿਸਟਿਕਸ ਆਰ ਦਾ ਐਡਵਾਂਟੇਜਸ. ਠੀਕ ਹੈ, ਅਤੇ ਕਿੰਨੀ ਭਾਗਾਂ ਦੇ ਵਿੱਚ ਆਪਾਂ ਸਿਸਟਮ ਦੀ ਜਿਹੜੀ ਕਰੈਕਟਰਿਸਟਿਕਸ ਨੂੰ ਡਿਵਾਈਡ ਕਰ ਦਿੰਦੇ ਹਾਂ 5 ਕੈਟੇਗਰੀਜ਼ ਦੇ ਵਿੱਚ. ਫਸਟ ਦੇ ਵਿੱਚ ਆ ਜਾਂਦੀ ਆ ਆਰਗੇਨਾਈਜੇਸ਼ਨ. ਕਿਸੇ ਸਿਸਟਮ ਨੂੰ, ਕਿਸੇ ਚੈਨਲ ਨੂੰ ਆਰਗੇਨਾਈਜ਼ ਕਰਨਾ. ਸੈਕਿੰਡ, ਇੰਟਰੈਕਸ਼ਨ. ਥਰਡ ਆ ਜਾਂਦੀ ਹੈ ਤੁਹਾਡੀ ਇੰਟਰ डिपेंडेंस। फोर्थ आ जाती है थोड़ी
इंटीग्रेशन। ਤੇ ਫਿਫਥ ਆ ਜਾਂਦੀ ਹੈ ਤੁਹਾਡੀ ਸੈਂਟਰਲ ਆਬਜੈਕਟਿਵ। ਇਹਦਾ ਤੁਸੀਂ ਸਕਰੀਨਸ਼ਾਟ ਲੈਣਾ, ਸਕਰੀਨਸ਼ਾਟ ਲੈ ਲਿਓ, ਠੀਕ ਹੈ। ਦਿਸ ਇਜ਼ ਨੋਨ ਐਜ਼ ਦਾ 5 ਕੈਟੇਗਰੀਜ਼ ਆਫ ਯੋਰ ਸਿਸਟਮ ਕਰੈਕਟਰਿਸਟਿਕਸ। ਸਾਰਿਆਂ ਤੋਂ ਪਹਿਲਾਂ ਆਪਾਂ ਡਿਸਕਸ ਕਰਾਂਗੇ ਆਰਗੇਨਾਈਜੇਸ਼ਨ ਨੂੰ, ਬਈ ਆਰਗੇਨਾਈਜੇਸ਼ਨ ਹੁੰਦੀ ਕੀ ਹੈ, ਵਟ ਇਜ਼ ਆਰਗੇਨਾਈਜੇਸ਼ਨ। ਸੋ ਵੀ ਕੈਨ ਸੇ ਦੈਟ the feature of organization means that it works with the proper step by step channel। ऑर्गेनाइजेशन ਦਾ ਮਤਲਬ ਹੁੰਦਾ ਪ੍ਰਬੰਧ ਜਾਂ ਉਹਨੂੰ ਆਰਗੇਨਾਈਜ਼ ਕਰਨਾ, ਜਾਂ ਕਿਸ ਤਰ੍ਹਾਂ, ਜਿਵੇਂ ਹੁਣ ਸਪੋਜ਼ ਕਰੋ ਇੱਕ ਕੰਪਨੀ ਹੈ, ਕੰਪਨੀ ਦੇ ਵਿੱਚ ਕੀ ਚੀਜ਼ਾਂ ਹੋਣੀਆਂ। ਕੰਪਨੀ ਦੇ ਵਿੱਚ ਸਾਰਿਆਂ ਨਾਲੋਂ ਜੇ ਆਪਾਂ ਟੌਪ ਟੂ ਬੋਟਮ ਚੱਲੀਏ ਤਾਂ ਸਾਰਿਆਂ ਤੋਂ ਪਹਿਲਾਂ ਇੱਕ ਮੇਨ ਹੋਊਗਾ ਡਾਇਰੈਕਟਰ। ਉਸ ਤੋਂ ਬਾਅਦ ਕੌਣ ਆ ਜਾਊਗਾ, ਡਾਇਰੈਕਟਰ ਤੋਂ ਬਾਅਦ ਆ ਜਾਊਗਾ GM, ਜਨਰਲ ਮੈਨੇਜਰ। ਉਸ ਤੋਂ ਬਾਅਦ ਆ ਜਾਣਗੇ ਮੈਨੇਜਰਸ। ਇਟ ਮੇ ਬੀ sales manager or it is the production manager। ਉਸ ਤੋਂ ਬਾਅਦ ਅੱਗੇ ਉਹਦੇ ਆ ਜਾਣਗੇ subordinates ਜਾਂ executives, ਠੀਕ ਹੈ, ਜਿਨ੍ਹਾਂ ਦਾ ਕੰਮ ਹੁੰਦਾ ਉਹ ਚੈਨਲ ਨੂੰ ਸੰਭਾਲਣਾ। ਤੇ ਐਗਜ਼ੈਕਟਿਵਸ ਤੋਂ ਬਾਅਦ ਥੱਲੇ ਆ ਜਾਂਦੇ ਨੇ ਟੈਕਨੀਸ਼ੀਅਨਸ। ਉਸ ਤੋਂ ਬਾਅਦ ਉਸ ਤੋਂ ਥੱਲੇ ਆ ਜਾਂਦੇ ਨੇ ਫੋਰਥ ਕਲਾਸ ਦੇ ਵਿੱਚ ਆ ਜਾਂਦੇ ਨੇ ਸਵੀਪਰ, ਪੀਐਨਸ ਵਗੈਰਾ। ਇਹ ਕੀ ਹੈ, ਇਹ ਇੱਕ ਕੰਪਨੀ ਦੀ ਆਰਗੇਨਾਈਜੇਸ਼ਨ। ਕਿਸੇ ਵੀ ਸਿਸਟਮ ਨੂੰ ਚਲਾਉਣ ਵਾਸਤੇ ਜਦੋਂ ਇੱਕ ਪ੍ਰੋਪਰ ਚੀਜ਼ ਯੂਜ਼ ਕੀਤੀ ਜਾਂਦੀ ਹੈ, ਦੈਟ ਇਜ਼ ਨੋਨ ਐਜ਼ ਦਾ ਆਰਗੇਨਾਈਜੇਸ਼ਨ। ਆਰਗੇਨਾਈਜੇਸ਼ਨ ਤੋਂ ਬਾਅਦ ਨੈਕਸਟ ਜਿਹੜਾ ਸਟੈਪ ਹੈ ਉਹ ਆ ਜਾਂਦਾ ਹੈ ਇੰਟਰੈਕਸ਼ਨ। ਇੰਟਰੈਕਸ਼ਨ ਦਾ ਮਤਲਬ ਹੁੰਦਾ ਹੈ ਆਪਸ ਦੇ ਵਿੱਚ ਇੰਟਰੈਕਟਿਵ ਬਿਹੇਵੀਅਰ। ਮਤਲਬ ਇੰਟਰੈਕਸ਼ਨ ਇਜ਼ ਅ ਵੇ ਇਨ ਵਿਚ ਈਚ ਕੰਪੋਨੈਂਟ ਵਰਕਸ ਵਿਦ ਅਦਰ। ਈਚ component works with other. For example, in college, two categories are there: the faculty, or you can say teachers, and other is students. If you want to govern your institute in a good manner, then the interaction between teacher and student is very much necessary. That is interaction. ਆਪਸ ਦੇ ਵਿੱਚ ਕੀ ਹੋਣਾ ਚਾਹੀਦਾ, ਟੀਚਰਸ ਤੇ ਸਟੂਡੈਂਟਸ ਦੇ ਵਿੱਚ ਇੰਟਰੈਕਸ਼ਨ ਹੋਣੀ ਚਾਹੀਦੀ ਹੈ। The teachers should follow their duty to teach the students and clear the doubts, and the duty of student is to respect the teacher, then questioning related to the topic, and discussions. If they follow their true step and teachers follow their step, then the institute will run in the successful manner. That is due to only the interaction in the system. After interaction, we can discuss the third point, that is interdependence.
interdependence. What is interdependency? Parts of organization fully or partially depend upon each other. ਜਿਵੇਂ ਕਿ ਇੱਕ ਕੰਪਨੀ ਹੈ, ਕੰਪਨੀ ਬਣਾਉਂਦੀ ਕੀ ਹੈ, ਇਟਸ ਆਟੋਮੋਬਾਈਲ ਕੰਪਨੀ ਆਟੋਮੋਬਾਈਲ ਬਣਾ ਰਹੀ ਹੈ। ਹੁਣ ਆਟੋਮੋਬਾਈਲ ਦੇ ਵਿੱਚ ਕਿੰਨੇ ਡਿਪਾਰਟਮੈਂਟ ਨੇ? ਇੱਕ ਸੇਲਸ ਦਾ, ਇੱਕ ਪ੍ਰੋਡਕਸ਼ਨ। ਹੁਣ ਪ੍ਰੋਡਕਸ਼ਨ ਤੇ ਉਹਦੀ ਸੇਲ ਆਪਸ ਦੇ ਵਿੱਚ ਕੀ ਹੈ? ਇੰਟਰਡਿਪੈਂਡੈਂਸੀ ਹੈ ਉਹਨਾਂ ਦੀ। ਕਿਵੇਂ? ਸੇਲ ਵਧੀਆ ਤਾਂ ਹੀ ਹੋਊਗੀ ਜੇ ਪ੍ਰੋਡਕਸ਼ਨ ਵਧੀਆ ਹੋਊ। ਤੇ ਜੇ ਪ੍ਰੋਡਕਸ਼ਨ ਵਧੀਆ ਹੋਊਗੀ ਤਾਂ ਹੀ ਸੇਲ ਵਧੀਆ ਹੋਊ। ਮਤਲਬ ਆਪਸ ਦੇ ਵਿੱਚ ਸੇਲਸ ਡਿਪਾਰਟਮੈਂਟ ਤੇ ਪ੍ਰੋਡਕਸ਼ਨ ਡਿਪਾਰਟਮੈਂਟ ਆਪਸ ਦੇ ਵਿੱਚ ਕੀ ਨੇ? ਇੰਟਰ ਡਿਪੈਂਡੈਂਸੀ ਉਹਨਾਂ ਦੀ ਕੀ ਹੈ ਆਪਸ ਦੇ ਵਿੱਚ? ਇੰਟਰ ਡਿਪੈਂਡੈਂਸੀ। ਨੈਕਸਟ ਇੰਟਰ ਡਿਪੈਂਡੈਂਸੀ ਤੋਂ ਬਾਅਦ ਨੈਕਸਟ ਜਿਹੜਾ ਆਪਣਾ ਆ ਜਾਂਦਾ ਹੈ, that is integration. ਮੈਥਮੈਟਿਕਸ ਦੇ ਵਿੱਚ ਵੀ ਤੁਸੀਂ ਇਹ ਵਰਡ ਯੂਜ਼ ਕੀਤਾ ਸੀਗਾ, ਇੰਟੀਗ੍ਰੇਸ਼ਨ। ਇੰਟੀਗ੍ਰੇਸ਼ਨ ਮੀਨਸ to integrate upon each other with the mixing standards. The platform is the unique function in the system. Integration components is essentially manner with each other. In integration, integrated form all the subsystem. Integration means to how mix the result, ਕਿਸ ਤਰ੍ਹਾਂ ਤੁਸੀਂ ਜਿਹੜਾ ਰਿਜ਼ਲਟ ਹੈ ਉਹਨੂੰ ਮਿਕਸਅਪ ਕਰ ਸਕਦੇ ਹੋ, ਕਿਸ ਤਰ੍ਹਾਂ ਉਹ ਇੰਟੀਗ੍ਰੇਟ ਕਰ ਸਕਦੇ ਹੋ ਆਪਸ ਦੇ ਵਿੱਚ। ਇੱਕ ਪਲੇਟਫਾਰਮ ਦੇ ਉੱਤੇ ਕਿਸ ਤਰ੍ਹਾਂ ਆਪਸ ਦੇ ਵਿੱਚ ਡਿਪੈਂਡੈਂਸੀ ਹੋ ਜਾਂਦੀ ਹੈ, ਕਿਸ ਤਰ੍ਹਾਂ ਆਪਸ ਦੇ ਵਿੱਚ ਇੰਟਰੈਕਟ ਕਰਦੇ ਨੇ। ਜਿਵੇਂ ਸਪੋਜ਼ ਕਰੋ ਇੱਕ ਇੰਪਲੋਈ ਹੈ ਤੇ ਇੱਕ ਮੈਨੇਜਰ। ਹੁਣ ਇਹ ਆਪਸ ਦੇ ਵਿੱਚ ਇੰਟਰੈਕਟ ਕਰਨਗੇ, ਇਹਨਾਂ ਦੀ ਇੰਟੀਗ੍ਰੇਸ਼ਨ ਹੋਊਗੀ ਤਾਂ ਹੀ ਇੱਕ ਜਿਹੜਾ ਸਿਸਟਮ ਹੈ ਉਹ ਵਧੀਆ ਕੰਮ ਕਰੂਗਾ। ਮਤਲਬ ਜੇ ਮੈਨੇਜਰ ਇੰਪਲੋਈਜ਼ ਨੂੰ ਕਹਿਣਗੇ ਤਾਂ ਇੰਪਲੋਈ ਉਹਦਾ ਕਹਿਣਾ ਮੰਨਣਗੇ, ਤੇ ਜੇ ਇੰਪਲੋਈਜ਼ ਨੇ ਕੁਝ ਵੀ ਕਹਿਣਾ ਤਾਂ ਉਹ ਮੈਨੇਜਰ ਨੂੰ ਦੱਸਣਗੇ। ਤਾਂ ਇਹਦੇ ਵਿੱਚ ਆਪਸ ਦੇ ਵਿੱਚ ਕੀ ਹੋਊਗੀ? ਇੰਟੀਗ੍ਰੇਸ਼ਨ ਹੋਊਗੀ। ਇੰਟੀਗ੍ਰੇਸ਼ਨ ਪ੍ਰੋਸੈਸ ਹੋ ਗਿਆ ਬਈ ਕਿਸ ਤਰ੍ਹਾਂ ਉਹ ਆਪਸ ਦੇ ਵਿੱਚ ਰਿਲੇਟ ਕਰਦੇ ਨੇ, ਦੈਟ ਇਜ਼ ਨੋਨ ਐਜ਼ ਦਾ ਇੰਟੀਗ੍ਰੇਸ਼ਨ। ਇਹਦੀ ਤੁਸੀਂ ਡੈਫੀਨੇਸ਼ਨ 'ਤੇ ਨਾ ਜਾਇਓ, ਸਿੰਪਲ ਸਮਝੋ ਵੀ ਇੰਟੀਗ੍ਰੇਸ਼ਨ ਇਜ਼ ਦਾ basic behavior or a manner between the two systems. Next is central objective. Central objective ਕੀ ਆ ਗਿਆ? ਜਿਵੇਂ the central objective of your institute is to give diploma to the students. Diploma to the students. Say it is the computer science and engineering. ਹੁਣ ਸਾਡਾ ਮੇਨ ਆਬਜੈਕਟਿਵ ਕੀ ਹੈ? ਸੈਂਟਰਲ ਆਬਜੈਕਟਿਵ ਕੀ ਹੈ? ਅਸੀਂ ਤੁਹਾਡੇ ਪੇਪਰ ਲੈਂਦੇ ਹਾਂ, ਸੈਸ਼ਨਲਸ, ਇੰਟਰਨਲਸ, ਲੈਕਚਰਸ,
ਪ੍ਰੈਕਟੀਕਲਸ। ਪਰ ਉਹਦਾ ਸੈਂਟਰਲ ਆਬਜੈਕਟਿਵ ਕੀ ਹੈ? ਟੂ ਮੇਕ student JEE. The central objective is to make the student JEE. It may be the teacher of computer engineering, it may be the teacher of mathematics, it may be the teacher of physics, or it may be the teacher of any else subject, but the central objective of that teacher is to make the students JEE. ठीक है, क्लीयर है। नैक्सट एरिया ਜਿਹੜੇ ਹੈਗੇ ਆਪਣੀਆਂ ਕਰੈਕਟਰਿਸਟਿਕਸ ਕਰ ਲਈਆਂ ਆਪਾਂ। ਕਰੈਕਟਰਿਸਟਿਕਸ ਤੋਂ ਬਾਅਦ ਹੁਣ ਆਪਾਂ ਜਿਹੜਾ ਇਹਦਾ ਕਰਾਂਗੇ ਐਲੀਮੈਂਟਸ ਆਫ ਅ ਸਿਸਟਮ। ਐਲੀਮੈਂਟਸ ਜਿਹੜੇ ਕਰਾਂਗੇ ਉਹ ਆਪਾਂ ਨੈਕਸਟ ਲੈਕਚਰ ਦੇ ਵਿੱਚ ਕਰਾਂਗੇ।